ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ, ਸੱਚ ਚੁੱਗੇ ਗੁਰ ਪਾਏ। ਹਰ ਰਸ ਪੀਵੇ ਸਹਿਜ ਰਹੇ, ਉਡੇ ਨ ਆਵੇ ਜਾਏ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ। ਗੁਰ ਕੇ ਭਾਣੇ ਜੇ ਚਲੇ, ਤਾਂ ਅੰਦਿਨ ਰਾਚੇ ਹਰ ਨਾਏ ਰਹਾਓ। ਪੰਖੀ ਬਿਰਖ ਸੁਹਾਵੜੇ, ਉੱਡੇ ਚੌਦਿਸ ਜਾਏ। ਜੇਤਾ ਉੱਡੇ ਦੁੱਖ ਘਣੇ, ਨਿਤ ਦਾਜੇ ਤੇ ਬਿਲ ਲਾਏ। ਬਿਨ ਗੁਰ ਮੈਲ ਨ ਜਾਪਈ, ਨਾ ਅੰਮ੍ਰਿਤ ਫਲ ਪਾਏ। ਗੁਰਮੁਖ ਬ੍ਰਹਮ ਹਰਿਆਵਲਾ, ਸਾਚੇ ਸਹਿਜ ਸੁਭਾਏ। ਸਾਖਾ ਤੀਨ ਨਿਵਾਰਿਆ, ਏਕ ਸ਼ਬਦ ਲਿਵ ਲਾਏ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇ ਖਵਾਏ। ਮਨਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਉ। ਤਿੰਨਾ ਪਾਸ ਨ ਬੈਸੀਏ, ਓਨਾ ਘਰ ਨਾ ਗਿਰਾਉ। ਕਟਿਏ ਤੇ ਨਿਤ ਜਾਲੀਏ, ਓਨਾ ਸ਼ਬਦ ਨ ਨਾਉ। ਹੁਕਮੇ ਕਰਮ ਕਮਾਵਨੇ, ਪਈਏ ਕਿਰਤ ਫਿਰਾਓ। ਹੁਕਮੇ ਦਰਸ਼ਨ ਦੇਖਣਾ, ਜੈ ਭੇਜੇ ਤੈ ਜਾਓ। ਹੁਕਮੇ ਹਰ ਹਰ ਮਨ ਵਸੈ, ਹੁਕਮੇ ਸੱਚ ਸਮਾਓ। ਹੁਕਮ ਨ ਜਾਣੇ ਬਪੁੜੇ, ਭੂਲੇ ਫਿਰੇ ਗਵਾਰ। ਮਨ ਹਠ ਕਰਮ ਕਮਾਵਦੇ, ਨਿਤ ਨਿਤ ਹੋਏ ਖੁਆਰ। ਅੰਤਰ ਸ਼ਾਂਤ ਨ ਆਵਈ, ਨਾ ਸੱਚ ਲਗੇ ਪਿਆਰ। ਗੁਰਮੁਖੀਆਂ ਮੂੰਹ ਸੋਹਣੇ, ਗੁਰ ਕੇ ਹੇਤ ਪਿਆਰ। ਸੱਚੀ ਭਗਤੀ ਸੱਚ ਰਤੇ, ਦਰ ਸੱਚੇ ਸਚਿਆਰ। ਆਏ ਸੇ ਪਰਵਾਣ ਹੈ, ਸਭ ਕੁਲ ਕਾ ਕਰੇ ਉਧਾਰ। ਸਭ ਨਦਰੀ ਕਰਮ ਕਮਾਵਦੇ, ਨਦਰੀ ਬਾਰ ਨ ਕੋਏ। ਜੈਸੀ ਨਦਰ ਕਰ ਦੇਖੇ, ਸੱਚਾ ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆਂ, ਕਰਮ ਪ੍ਰਾਪਤ ਹੋਏ। ਜੈਸੀ ਨਦਰ ਕਰ ਦੇਖੇ, ਸੱਚਾ ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆਂ, ਕਰਮ ਪ੍ਰਾਪਤ ਹੋਏ। ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਜੀਵ ਰੂਪ ਪੰਛੀ ਇਸ ਸੰਸਾਰ ਰੂਪ ਰੁੱਖ ਵਿੱਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਸਦਾ ਥਿਰ ਪਰਮਾਤਮਾ ਦੇ ਨਾਮ ਦਾ ਚੋਗਾ ਚੁਗਦਾ ਹੈ, ਉਹ ਸੱਚਮੁੱਚ ਸ਼ੋਭਾ ਵਾਲੀ ਹੁੰਦਾ ਹੈ ਅਤੇ ਉਹ ਗੁਰਮੁਖ ਪਰਮਾਤਮਾ ਦੇ ਨਾਮ ਦਾ ਹਰ ਰਸ ਪੀਂਦਾ ਹੈ। ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਮਾਇਆਵੀ ਪਦਾਰਥਾਂ ਦੇ ਪ੍ਰਲੋਭਨਾਂ ਵਿੱਚ ਨਹੀਂ ਭਟਕਦਾ ਫਿਰਦਾ ਅਤੇ ਨਾ ਹੀ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ। ਉਸ ਗੁਰਮੁਖ ਨੂੰ ਆਪਣੇ ਅਸਲ ਨਿਜ ਮੂਲ ਘਰ ਵਿੱਚ ਪਰਮਾਤਮਾ ਦੇ ਨਿਵਾਸ ਮਿਲਿਆ ਰਹਿੰਦਾ ਹੈ। ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਗੁਰੂ ਦੀ ਦੱਸੀ ਸਾਧਨਾ ਜਾਂ ਕਮਾਈ ਕਰ ਅਤੇ ਜੇ ਤੂੰ ਗੁਰੂ ਦੇ ਹੁਕਮ ਵਿੱਚ ਤੁਰੇਂਗਾ ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਮਗਨ ਰਹੇਗਾ। ਜਿਸ ਤਰ੍ਹਾਂ ਜੀਵ ਰੂਪ ਪੰਛੀ ਆਪਣੇ ਸਰੀਰ ਰੂਪ ਰੁੱਖਾਂ ਉੱਤੇ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਹਨ, ਪਰ ਮਾਇਆਵੀ ਖਿੱਚ ਕਾਰਨ ਚੌਹਾਂ ਪਾਸੇ ਉੱਡਦੇ ਫਿਰਦੇ ਹਨ
ਅਤੇ ਚੌਹੀਂ ਪਾਸੀ ਆਪਣੇ ਚੋਗੇ ਕਰਕੇ ਭਟਕਦੇ ਹਨ। ਅਤੇ ਉਹ ਜਿਤਨਾ ਹੀ ਚੋਗੇ ਪਿੱਛੇ ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ। ਨਿੱਤ ਸੜਦੇ ਹਨ ਅਤੇ ਵਿਲਕਦੇ ਹਨ। ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਪਰਮਾਤਮਾ ਦਾ ਠਿਕਾਣਾ ਨਹੀਂ ਦਿਸਦਾ। ਨਾ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਰੂਪ ਅੰਮ੍ਰਿਤ ਫਲ ਪ੍ਰਾਪਤ ਕਰ ਸਕਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਉਹ ਮਾਨੋ ਇੱਕ ਹਰਾ ਭਰਾ ਰੁੱਖ ਹੈ। ਉਹ ਵਡਭਾਗੀ ਮਨੁੱਖ ਸਦਾ ਥਿਰ ਪਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ, ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦਾ ਹੈ ਅਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਮਾਇਆ ਦੇ 3 ਰੂਪ 3 ਟਹਿਣੀਆਂ ਉਸਨੇ ਦੂਰ ਕਰ ਲਈਆਂ ਹਨ। ਭਾਵ 3 ਗੁਣਾ ਸਤੋ, ਰਜੋ ਅਤੇ ਤਮੋ ਨੂੰ ਦੂਰ ਕਰ ਦਿੱਤਾ ਹੈ। ਉਸ ਗੁਰਮੁਖ ਨੂੰ ਆਤਮਿਕ ਜੀਵਨ ਦੇਣ ਵਾਲਾ ਸਿਰਫ ਇੱਕਮਾਤਰ ਨਾਮ ਰੂਪ ਅੰਮ੍ਰਿਤ ਫਲ ਲੱਗਦਾ ਹੈ। ਪਰਮਾਤਮਾ ਮਿਹਰ ਕਰਕੇ ਆਪ ਹੀ ਉਸਨੂੰ ਇਹ ਫਲ ਰੂਪ ਨਾਮ ਅੰਮ੍ਰਿਤ ਚਖਾ ਦਿੰਦਾ ਹੈ ਅਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਮਨੁੱਖ ਮਾਨੋ ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ ਅਤੇ ਉਹਨਾਂ ਨੂੰ ਨਾ ਹੀ ਫਲ ਲੱਗਦਾ ਹੈ ਅਤੇ ਨਾ ਹੀ ਉਹਨਾਂ ਦੀ ਛਾਂ ਹੁੰਦੀ ਹੈ। ਭਾਵ ਨਾ ਹੀ ਉਹਨਾਂ ਪਾਸ ਪਰਮਾਤਮਾ ਦਾ ਨਾਮ ਹੈ ਅਤੇ ਨਾ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ। ਅਤੇ ਉਹਨਾਂ ਮਨਮੁਖਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਕਿਉਂਕਿ ਉਹਨਾਂ ਦਾ ਕੋਈ ਘਰ ਘਾਟ ਨਹੀਂ ਹੈ ਅਤੇ ਉਹਨਾਂ ਦਾ ਕੋਈ ਆਤਮਿਕ ਸਹਾਰਾ ਨਹੀਂ ਹੁੰਦਾ। ਉਹ ਮਨਮੁਖ ਰੂਪ ਸਦਾ ਕਟੀਂਦੇ ਹਨ ਅਤੇ ਸੜੀਂਦੇ ਹਨ। ਭਾਵ ਮਾਇਆ ਦੇ ਮੋਹ ਦੇ ਕਾਰਨ ਉਹ ਨਿੱਤ ਦੁਖੀ ਰਹਿੰਦੇ ਹਨ। ਉਹਨਾਂ ਪਾਸ ਨਾ ਗੁਰੂ ਦੀ ਸ਼ਬਦ ਹੈ, ਨਾ ਪਰਮਾਤਮਾ ਦਾ ਨਾਮ ਹੈ। ਪਰ ਹੇ ਪਰਮਾਤਮਾ, ਜੀਵਾਂ ਦੇ ਕੀ ਵੱਸ। ਤੇਰੇ ਹੁਕਮ ਵਿੱਚ ਹੀ ਜੀਵ ਕਰਮ ਕਮਾਉਂਦੇ ਹਨ। ਤੇਰੇ ਹੁਕਮ ਵਿੱਚ ਹੀ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ ਅਤੇ ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਜਿੱਧਰ ਪਰਮਾਤਮਾ ਉਹਨਾਂ ਨੂੰ ਭੇਜਦਾ ਹੈ, ਉੱਧਰ ਹੀ ਜੀਵਾਂ ਨੂੰ ਜਾਣਾ ਪੈਂਦਾ ਹੈ। ਹੇ ਪਰਮਾਤਮਾ, ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿੱਚ ਤੇਰਾ ਹਰਨਾਮ ਵਸਦਾ ਹੈ ਅਤੇ ਤੇਰੇ ਹੁਕਮ ਵਿੱਚ ਹੀ ਤੇਰੇ ਸਤ ਸਰੂਪ ਵਿੱਚ ਉਹਨਾਂ ਦੀ ਲੀਨਤਾ ਰਹਿੰਦੀ ਹੈ। ਅਤੇ ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ ਅਤੇ ਉਹ ਮਾਇਆ ਦੇ ਮੋਹ ਦੇ ਕਾਰਨ ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ। ਉਹ ਮਨਮੁਖ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਦੇ ਹੱਠ ਨਾਲ ਕਈ ਕਿਸਮ ਦੇ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਵਿਕਾਰਾਂ ਵਿੱਚ ਫਸੇ ਹੋਏ ਸਦਾ ਖੁਆਰ ਰਹਿੰਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਨਾ ਹੀ ਉਹਨਾਂ ਦੀ ਸਦਾ ਥਿਰ
ਸੱਚੇ ਪਰਮਾਤਮਾ ਨਾਲ ਕੋਈ ਪਿਆਰ ਬਣਦਾ ਹੈ ਅਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਨਾਮ ਦੀ ਲਾਲਗੀ ਨਾਲ ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿੱਚ, ਗੁਰੂ ਦੇ ਪਿਆਰ ਵਿੱਚ ਟਿਕੇ ਰਹਿੰਦੇ ਹਨ। ਗੁਰਮੁਖ ਉਹ ਪਰਮਾਤਮਾ ਦੀ ਸਦਾ ਥਿਰ ਰਹਿਣ ਵਾਲੀ ਭਗਤੀ ਕਰਦੇ ਹਨ। ਉਹ ਸਦਾ ਥਿਰ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਇਸ ਵਾਸਤੇ ਉਹ ਸਦਾ ਥਿਰ ਪਰਮਾਤਮਾ ਦੇ ਦਰ 'ਤੇ ਹਮੇਸ਼ਾ ਪ੍ਰਵਾਨ ਚੜ੍ਹਦੇ ਹਨ। ਉਹਨਾਂ ਗੁਰਮੁਖਾਂ ਦਾ ਹੀ ਜਗਤ ਵਿੱਚ ਆਉਣਾ ਸਤਿਕਾਰਨਯੋਗ ਹੈ ਅਤੇ ਉਹ ਆਪਣਾ ਹੀ ਨਹੀਂ, ਆਪਣੀ ਸਾਰੀ ਕੁਲ ਦਾ ਵੀ ਪਾਰ ਉਤਾਰਾ ਕਰ ਲੈਂਦੇ ਹਨ। ਪਰ ਇਹ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਸਾਰੇ ਜੀਵ ਪਰਮਾਤਮਾ ਦੀ ਨਜ਼ਰ ਅਧੀਨ ਹੀ ਕਰਮ ਕਰਦੇ ਹਨ। ਉਸ ਦੀ ਨਜ਼ਰ ਤੋਂ ਬਾਹਰ ਕੋਈ ਜੀਵ ਨਹੀਂ, ਭਾਵ ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰਦਾ। ਸਦਾ ਥਿਰ ਰਹਿਣ ਵਾਲਾ ਪਰਮਾਤਮਾ ਇਹੋ ਜਿਹੀ ਨਜ਼ਰ ਕਰਕੇ ਜਿਸ ਜੀਵ ਵੱਲ ਵੀ ਵੇਖਦਾ ਹੈ, ਉਹ ਜੀਵ ਉਹੋ ਜਿਹਾ ਹੀ ਹੋ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਉਸ ਦੀ ਮਿਹਰ ਦੀ ਨਜ਼ਰ ਨਾਲ ਜਿਹੜਾ ਮਨੁੱਖ ਉਸ ਦੇ ਨਾਮ ਵਿੱਚ ਜੁੜਦਾ ਹੈ, ਉਸ ਨੂੰ ਵਡਿਆਈਆਂ ਮਿਲਦੀਆਂ ਹਨ, ਪਰ ਉਸ ਦਾ ਨਾਮ ਉਸ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ। ਗੁਰੂ ਦੀ ਸੇਵਾ ਵਿੱਚ ਮਗਨ ਗੁਰਮੁਖ ਵਿਅਕਤੀ ਬਿਖਰਦੇ ਨਹੀਂ ਹਨ, ਇੱਕੋ ਪਰਮਾਤਮਾ ਦੇ ਨਾਮ ਵਿੱਚ ਲਿਵ ਲਗਾਈ ਰੱਖਦੇ ਹਨ। ਮਨਮੁਖ ਦਵੈਤ ਭਾਵ ਵਿੱਚ ਲੱਗ ਕੇ ਚੋਟਾਂ ਖਾਂਦੇ ਹਨ ਅਤੇ ਈਸ਼ਵਰੀ ਦਰਗਾਹ ਵਿੱਚ ਪਹੁੰਚ ਹਾਸਲ ਨਹੀਂ ਹੋ ਸਕਦੀ। ਉਹਨਾਂ ਦੇ ਸੰਪਰਕ ਵਿੱਚ ਜਾਣਾ ਹਾਨੀਕਾਰਕ ਹੈ। ਸਭ ਕੁਝ ਪਰਮਾਤਮਾ ਦੇ, ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ। ਗੁਰਮੁਖ ਹੁਕਮ ਨੂੰ ਮੰਨ ਕੇ ਗੁਰੂ ਸ਼ਬਦ ਨਾਲ ਜੁੜ ਕੇ ਆਪਣਾ ਆਪਾ ਆਪ ਸੁਧਾਰ ਲੈਂਦੇ ਹਨ, ਪਰ ਮਨਮੁਖ ਸਭ ਕੁਝ ਵਿਗਾੜ ਲੈਂਦੇ ਹਨ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।